ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਵੱਲੋਂ ਨਿਰਮਲਾ ਸੀਤਾਰਮਨ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ, ਉਸ ਬਜਟ ਨੂੰ ਕਿਹਾ ਗਿਆ ਕਿ ਅੰਮ੍ਰਿਤ ਕਾਲ ਦੀ ਸ਼ੁਰੂਆਤ ਹੈ। ਤੇ ਜੇ ਆਪਾਂ ਐਜੂਕੇਸ਼ਨ ਖੇਤਰ ਦੀ ਗੱਲ ਕਰਦੇ ਹਾਂ, ਤੇ ਸਰਕਾਰ ਵੱਲੋਂ ਕਿਹਾ ਜਾਂਦਾ ਜਾਂ ਸਾਡੇ ਜਿਹੜੇ ਕਮਿਸ਼ਨਸ ਨੇ ਜਿਹੜੇ ਉਹਨਾਂ ਵੱਲੋਂ ਰეკਮੈਂਡ ਕੀਤਾ ਗਿਆ ਕਿ 6% ਜਿਹੜਾ ਹੈ ਘੱਟੋ ਘੱਟ ਜਿਹੜਾ ਹੈ ਐਜੂਕੇਸ਼ਨ 'ਤੇ ਖਰਚਿਆ ਜਾਏ। ਪਰ ਜਿਹੜਾ ਇਹ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਵਿੱਚ ਮਿੱਥਿਆ ਗਿਆ ਕਿ 2.6% ਜਿਹੜਾ ਉਹ ਐਜੂਕੇਸ਼ਨ 'ਤੇ ਖਰਚਿਆ ਜਾਏਗਾ, ਜੋ ਕਿ ਕਾਫੀ ਘੱਟ ਹੈ। ਨਿਊ ਐਜੂਕੇਸ਼ਨ ਪਾਲਿਸੀ ਕੀ ਹੈ? ਕੇਂਦਰ ਦੀ ਜਿਹੜੀ ਸਿੱਖਿਆ ਮੰਤਰਾਲਿਆ ਹੈ ਉਸਦੇ ਦੁਆਰਾ ਜਿਹੜੀ ਹੈ ਇਹ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ NEP 2020। ਜਿਹੜੀ NEP 2020 ਹੈ ਉਸ ਨੂੰ ਸੈਸ਼ਨ 2023-24 ਤੋਂ ਪੂਰਨ ਤੌਰ ਤੇ ਹਰ ਇੱਕ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਉਹਨੂੰ ਲਾਗੂ ਕਰ ਦਿੱਤਾ ਗਿਆ। ਇਹ ਜਿਹੜਾ ਪਾਲਿਸੀ ਡਰਾਫਟ ਹੈ ਇਹ ਇੱਕ ਫੋਰਨ ਦਾ ਜਿਹੜਾ ਆਪਾਂ ਕਹੀਏ ਮਾਡਲ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਸਰਕਾਰ ਦੇ ਦੁਆਰਾ NEP 2020 ਦੇ ਵਿੱਚ। ਤੇ ਸਰ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈ ਇਹਦੀਆਂ ਚੁਣੌਤੀਆਂ ਕਿਹੜੀਆਂ-ਕਿਹੜੀਆਂ ਨੇ? ਉਹ ਜਿਹੜੀ NEP 2020 ਉਹਦੇ ਵਿੱਚ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਉਹ ਹੈ ਐਜੂਕੇਸ਼ਨ ਦੀ ਅਸੈਸਿਬਿਲਿਟੀ ਫॉर ਆਲ। ਦੂਸਰੀ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਹਦੇ ਵਿੱਚ ਗੱਲ ਆਉਂਦੀ ਹੈ ਜਿਹੜੀ ਸਿੱਖਿਆ ਹੈ ਉਹ ਗ੍ਰਹਿਣ ਕਰਨ ਤੋਂ ਬਾਅਦ ਉਹਦੇ ਫਾਇਦੇ ਕਿੰਨੇ ਹੋਣ, ਉਹ ਆਉਂਦੀ ਹੈ ਸਕਿਲਡ ਬੇਸਡ ਐਜੂਕੇਸ਼ਨ। ਉਹਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਇਹਨੂੰ ਇੰਪਲੀਮੈਂਟ ਕਰਨ ਵਾਸਤੇ ਸਰਕਾਰ ਜਿਹੜੀ ਉਹਨੇ ਕੀ ਰੋਡ ਮੈਪ ਤਿਆਰ ਕੀਤਾ ਹੈ, ਕਿਸ ਤਰ੍ਹਾਂ ਇੰਪਲੀਮੈਂਟ ਕਰੇਗੀ ਸਰਕਾਰ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 2023-24 ਦਾ ਸੈਸ਼ਨ ਜਿਹੜਾ ਉਸ ਨੂੰ ਅਲਟੀਮੇਟਮ ਦੇ ਤੌਰ ਤੇ ਮੰਨਿਆ ਜਾ ਰਿਹਾ ਕਿ ਇਸ ਵਾਰ ਜਿਸ ਤਰ੍ਹਾਂ ਮਰਜ਼ੀ ਕਰਕੇ ਤੁਸੀਂ ਨਵੀਂ ਸਿੱਖਿਆ ਨੀਤੀ ਨੂੰ ਜਿਹੜਾ ਹੈਗਾ ਉਹ ਲਾਗੂ ਕਰੋ। ਐਜੂਕੇਸ਼ਨ ਹੀ ਅਜਿਹਾ ਟੂਲ ਹੈ, ਵਿੱਦਿਆ ਹੀ ਅਜਿਹਾ ਟੂਲ ਹੈ ਜਿਹੜਾ ਤੁਹਾਨੂੰ ਦੂਜੇ ਮੁਲਕਾਂ ਦੇ ਬਰਾਬਰ ਕਰ ਸਕਦਾ। ਸਤਿ ਸ੍ਰੀ ਅਕਾਲ ਜੀ। ਮਾਤਾ ਗੁਜਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਵੱਲੋਂ ਨਿਰਮਲਾ ਸੀਤਾਰਮਨ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ, ਉਸ ਬਜਟ ਨੂੰ ਕਿਹਾ ਗਿਆ ਕਿ ਅੰਮ੍ਰਿਤ ਕਾਲ ਦੀ ਸ਼ੁਰੂਆਤ ਹੈ। ਤੇ ਅੰਮ੍ਰਿਤ ਕਾਲ ਦੀ ਸ਼ੁਰੂਆਤ ਉਦੋਂ ਹੀ ਹੋ ਸਕਦੀ ਹੈ ਜਦੋਂ ਸਿਹਤ ਤੇ ਸਿੱਖਿਆ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਸੁਧਾਰ ਕੀਤਾ ਜਾਵੇ, ਉਸ ਦੇ ਲਈ ਚੰਗੀਆਂ ਨੀਤੀਆਂ ਜਿਹੜੀਆਂ ਨੇ ਬਣਾਈਆਂ ਜਾਣ। ਤੇ ਇਸੇ ਸਿੱਖਿਆ ਦੇ ਅਗਰ ਆਪਾਂ ਸਿੱਖਿਆ ਦੇ ਖੇਤਰ ਦੀ ਗੱਲ ਕਰਦੇ ਹਾਂ, ਤੇ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ ਉਹ ਬਣਾਈ ਗਈ। ਹੁਣ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਸ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਨਾ ਹੈ, ਉਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਪੂਰੀ ਤਰ੍ਹਾਂ ਸਿਰੇ ਚੜਾਉਣਾ ਹੈ, ਉਹ ਜਿਹੜਾ ਉਹ ਸਾਰਿਆਂ ਦੇ ਐਫਰਟਸ ਦੀ ਜਿਹੜੀ ਆ ਉਹ ਲੋੜ ਆ। ਤੇ ਜੇ ਆਪਾਂ ਐਜੂਕੇਸ਼ਨ ਖੇਤਰ ਦੀ ਗੱਲ ਕਰਦੇ ਹਾਂ, ਤੇ ਸਰਕਾਰ ਵੱਲੋਂ ਕਿਹਾ ਜਾਂਦਾ ਜਾਂ ਸਾਡੇ ਜਿਹੜੇ ਕਮਿਸ਼ਨਸ ਨੇ ਜਿਹੜੇ ਉਹਨਾਂ ਵੱਲੋਂ ਰეკਮੈਂਡ ਕੀਤਾ ਗਿਆ ਕਿ 6% ਜਿਹੜਾ ਹੈ ਘੱਟੋ ਘੱਟ ਜਿਹੜਾ ਹੈ ਐਜੂਕੇਸ਼ਨ 'ਤੇ ਖਰਚਿਆ ਜਾਏ। ਪਰ ਜਿਹੜਾ ਇਹ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਵਿੱਚ ਮਿੱਥਿਆ ਗਿਆ ਕਿ 2.6% ਜਿਹੜਾ ਉਹ ਐਜੂਕੇਸ਼ਨ 'ਤੇ ਖਰਚਿਆ ਜਾਏਗਾ, ਜੋ ਕਿ ਕਾਫੀ ਘੱਟ ਆ। ਤੇ ਅੱਜ ਅਸੀਂ ਇਸੇ ਨਿਊ ਐਜੂਕੇਸ਼ਨ ਪਾਲਿਸੀ ਰਿਲੇਟਡ ਗੱਲ ਕਰਾਂਗੇ ਕਿ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ, ਕੀ ਇਸ ਦੇ ਜਿਹੜੀਆਂ ਨੇ ਚੁਣੌਤੀਆਂ ਨੇ, ਤੇ ਕਿਸ ਤਰ੍ਹਾਂ ਇਸ ਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਏਗਾ। ਤੇ ਇਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਆਪਣੇ ਪ੍ਰੋਫੈਸਰ ਸਾਹਿਬਾਨ ਡਾਕਟਰ ਸਤਨਾਮ ਸਰ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਸ਼ੁਕਰੀਆ ਜੀ, ਬਹੁਤ ਬਹੁਤ। ਤੇ ਸਰ ਆਪਾਂ ਸ਼ੁਰੂਆਤ ਹੀ ਆਪਣੇ ਪਹਿਲੇ ਸਵਾਲ ਤੋਂ ਕੀ ਕਰਦੇ ਹਾਂ ਕਿ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ? ਹਾਂਜੀ, ਦੇਖੋ ਕਿਸੇ ਵੀ ਮੁਲਕ ਦੇ ਜਿਹੜਾ ਹੈਗਾ ਜੀ ਗੱਲ ਆਪਾਂ ਸਿੱਖਿਆ ਦੀ ਕਰਦੇ ਹਾਂ ਤਾਂ ਉਸ ਮੁਲਕ ਦੀ ਇੱਕ ਐਜੂਕੇਸ਼ਨ ਪਾਲਿਸੀ ਹੁੰਦੀ ਹੈ। ਜਦੋਂ ਨਵੀਂ ਸਿੱਖਿਆ ਨੀਤੀ ਇੰਡੀਆ ਦੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ NEP 2020 ਦੀ 2020 ਨਵੀਂ ਸਿੱਖਿਆ ਨੀਤੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਸ ਨੂੰ ਕਿਹਾ ਜਾਂਦਾ, ਇਹ ਸੈਂਟਰ ਗਵਰਨਮੈਂਟ ਦੇ ਵੱਲੋਂ ਇਹ ਤੀਜੀ ਵਾਰੀ ਹੈ ਕਿ ਜਿਹੜੀ ਭਾਰਤ ਦੇ ਵਿੱਚ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਉਸ ਨੂੰ ਰਿਵਾਈਜ਼ ਕਰਕੇ ਲਿਆਂਦਾ ਗਿਆ। ਸਭ ਤੋਂ ਪਹਿਲਾਂ ਮਿਸ ਇੰਦਰਾ ਗਾਂਧੀ ਦੀ ਸਰਕਾਰ ਸੀ ਕੇਂਦਰ ਦੇ ਵਿੱਚ 68 ਦੇ ਵਿੱਚ ਜਿਹੜੀ ਪਹਿਲੀ ਸਿੱਖਿਆ ਨੀਤੀ ਆਈ ਸੀ। ਉਸ ਤੋਂ ਬਾਅਦ 86 ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮਿਸਟਰ ਰਾਜੀਵ ਗਾਂਧੀ ਸਨ, ਉਸ ਵਕਤ ਜਿਹੜੀ ਹੈ ਚੇਂਜਸ ਲਿਆ ਕੇ ਸਿੱਖਿਆ ਦੇ ਵਿੱਚ ਉਹ ਹੇਠਲੀ ਤੇ ਉਚੇਰੀ ਸਿੱਖਿਆ ਜਿਹੜੀ ਹੈਗੀ ਉਹਦੀ ਨੀਤੀ ਅਲੱਗ ਬਣਾਈ ਗਈ। ਉਸ ਤੋਂ ਬਾਅਦ ਹੁਣ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ
ਨਵੀਂ ਸਿੱਖਿਆ ਨੀਤੀ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, NEP 2020 ਜਿਹੜਾ ਨਾਮ ਵਰਤਿਆ ਜਾਂਦਾ ਆਮ ਤੌਰ 'ਤੇ, ਉਹ 34 ਸਾਲ ਬਾਅਦ 2020 ਦੇ ਵਿੱਚ ਇੱਕ ਰਿਵਾਈਜ਼ਡ ਫਰੇਮਵਰਕ ਦੇ ਵਿੱਚ ਜਿਹੜੀ ਕੇਂਦਰ ਦੀ NDA ਸਰਕਾਰ ਹੈ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਭਾਰਤੀ ਜਨਤਾ ਪਾਰਟੀ ਸਰਕਾਰ, ਨਰਿੰਦਰ ਮੋਦੀ ਜਿਸ ਦਾ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਕੇਂਦਰ ਦੀ ਜਿਹੜੀ ਸਿੱਖਿਆ ਮੰਤਰਾਲਿਆ ਹੈ, ਉਸ ਦੇ ਦੁਆਰਾ ਜਿਹੜੀ ਹੈ ਇਹ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ, NEP 2020। ਨਵੀਂ ਸਿੱਖਿਆ ਨੀਤੀ ਜਿਹੜੀ ਲਿਆਉਣ ਦੇ ਪਿੱਛੇ ਬਹੁਤ ਸਾਰੇ ਕਾਰਨ ਸਨ। ਇਹ ਕਾਰਨ ਕੀ ਹਨ ਤੇ ਉਹਨਾਂ ਕਾਰਨਾਂ ਨੂੰ ਡਿਸਕਸ ਕਰਨਾ ਬੜਾ ਜ਼ਰੂਰੀ ਹੈ ਕਿ 34 ਸਾਲ ਬਾਅਦ ਇਸ ਨੂੰ ਰਿਵਾਈਜ਼ ਕੀਤਾ ਗਿਆ। 34 ਇਅਰਸ ਬਾਅਦ ਜਿਹੜੀ ਹੈ ਹੇਠਲੀ ਜਿਹੜੀ ਸਿੱਖਿਆ ਹੈ, ਹਾਇਰ ਐਜੂਕੇਸ਼ਨ ਤੱਕ, ਤੇ ਜਿਹੜੀ ਉਚੇਰੀ ਸਿੱਖਿਆ ਹੈ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਨੇ ਸਮੇਂ ਦੇ ਮੁਤਾਬਕ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਫੁੱਲ ਫਲੈਜਡ ਇੱਕ ਡਰਾਫਟ ਹੈ NEP 2020 ਦਾ, ਜਿਹਨੇ ਲਾਗੂ ਹੋਇਆ ਜਿਹੜਾ, ਔਰ ਕਈ ਸਟੇਟਾਂ ਦੇ ਵਿੱਚ ਲਾਗੂ ਹੋ ਚੁੱਕਿਆ ਹੈ। ਤੇ ਹੁਣ ਜਿਹੜਾ ਇੱਕ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਲਟੀਮੇਟਮ ਜਿਹੜਾ ਦਿੱਤਾ ਗਿਆ ਹੈ ਰਾਜਾਂ ਦੀਆਂ ਸਰਕਾਰਾਂ ਨੂੰ, ਕਿਉਂਕਿ ਸਿੱਖਿਆ ਜਿਹੜਾ ਹੈ ਉਹ ਰਾਜ ਸਰਕਾਰ ਦਾ ਖੇਤਰ ਦੇ ਵਿੱਚ ਆਉਂਦਾ ਹੈ, ਸਿੱਖਿਆ ਦਾ ਮਹਿਕਮਾ। ਉਹ ਕਿਹਾ ਗਿਆ ਹੈ ਕਿ ਜਿਹੜੀ NEP 2020 ਹੈ ਉਸ ਨੂੰ ਸੈਸ਼ਨ 2023-24 ਤੋਂ ਪੂਰਨ ਤੌਰ ਤੇ ਹਰ ਇੱਕ ਸੂਬੇ ਦੇ ਵਿੱਚ, ਦੇਸ਼ ਦੇ ਵਿੱਚ ਉਹਨੂੰ ਲਾਗੂ ਕਰ ਦਿੱਤਾ ਜਾਵੇ, ਜਿਸ ਦੇ ਤਹਿਤ ਵੱਖੋ ਵੱਖਰੇ ਜਿਹੜੇ ਮੈਂ ਕਿਹਾ ਪਹਿਲਾਂ ਕੁਝ ਸਟੇਟਾਂ ਦੇ ਵਿੱਚ ਲਾਗੂ ਹੋਇਆ ਹੈ, 2-3 ਸਾਲਾਂ ਤੋਂ ਚੱਲ ਰਿਹਾ ਹੈ। ਕੁਝ ਸਟੇਟਾਂ ਦੇ ਵਿੱਚ ਜਿਹੜਾ ਹੁਣ ਉਹ ਇਨੀਸ਼ੀਏਟਿਵ ਲਏ ਜਾਣ ਲੱਗ ਗਏ ਹਨ, ਖਾਸ ਤੌਰ ਤੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਕਿ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਹੁਣ ਉੱਤੇ ਵਰਕ ਅਪਾਉਨ ਕਰਨ ਲੱਗ ਗਈਆਂ। ਉਹਨਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ ਬਹੁਤ ਸਮੇਂ ਤੋਂ ਕਿ ਕਿਸ ਤਰ੍ਹਾਂ ਦੀ ਇੰਪਲੀਮੈਂਟੇਸ਼ਨ ਕਰਨੀ ਹੈ। ਪਰ ਹੁਣ ਜਿਹੜਾ ਜਿਸ ਤਰ੍ਹਾਂ ਤੁਸੀਂ ਅੱਜ ਮੁੱਦਾ ਉਠਾਇਆ ਹੈ ਕਿ ਨਵੀਂ ਜਿਹੜੀ ਸਿੱਖਿਆ ਨੀਤੀ ਹੈ NEP 2020 ਹੈ, ਉਹਦੇ 2 ਆਸਪੈਕਟ ਨੇ ਬੜੇ ਇੰਪੋਰਟੈਂਟ ਜਿਹੜੇ ਡਿਸਕਸ ਕਰਨ ਵਾਲੇ। ਪਹਿਲਾ, ਇਹ ਨਵੀਂ ਸਿੱਖਿਆ ਨੀਤੀ ਕਿਉਂ ਹੋਂਦ ਚਾਹੀ, ਉਹ ਕਾਰਨ ਕੀ ਸਨ, ਉਹ ਪਿੱਛੇ ਉਹੋ ਜਿਹੀਆਂ ਕਿਹੜੀਆਂ ਕਮੀਆਂ ਰਹਿ ਗਈਆਂ ਜਿਹੜੀਆਂ ਇਸ ਦੇ ਵਿੱਚ ਰਿਵਾਈਜ਼ ਕਰਨੀਆਂ ਪੈ ਗਈਆਂ, ਸਮੇਂ ਦੇ ਮੁਤਾਬਕ ਇਸ ਨੂੰ ਚਲਾਉਣਾ ਪੈ ਗਿਆ। ਦੂਸਰਾ ਜਿਹੜਾ ਹੈਗਾ ਕਿ ਜਦੋਂ ਇਹ ਲਾਗੂ ਹੋਣੀ ਹੈ ਉਸ ਦੇ ਸਾਹਮਣੇ ਕਿਹੜੇ ਚੈਲੰਜਸ ਜਿਹੜੇ ਚੁਣੌਤੀਆਂ ਹੋਣਗੀਆਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਵਿੱਚ, ਇਹ ਜਾਣਨਾ ਬੜਾ ਜ਼ਰੂਰੀ ਹੈ। ਤੇ ਕਿਉਂਕਿ ਨਵੀਂ ਸਿੱਖਿਆ ਨੀਤੀ ਦਾ ਬਹੁਤ ਜਿਹੜਾ ਇੱਕ ਡਰਾਫਟ ਜਿਹੜਾ ਬਹੁਤ ਵੱਡਾ ਡਰਾਫਟ ਹੈ, ਉਸ ਦੇ ਵਿੱਚੋਂ ਕਰੈਕਸ ਜਿਹੜੇ ਕੱਢ ਕੇ ਉਸ ਦੇ ਵਿੱਚੋਂ ਜਿਹੜੇ ਮੌਕੇ ਨਿਕਲਣਗੇ, ਅਪਰਚੁਨਿਟੀਜ਼ ਨਿਕਲਣਗੀਆਂ, ਕਿਉਂਕਿ ਸਿੱਖਿਆ ਇੱਕ ਅਜਿਹਾ ਟੂਲ ਹੈ, ਇੱਕ ਅਜਿਹਾ ਮਾਧਿਅਮ ਹੈ ਜਿਸ ਨੇ ਅਨਐਮਪਲਾਇਮੈਂਟ ਨੂੰ ਵੀ ਦੂਰ ਕਰਨਾ ਹੁੰਦਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਐਜੂਕੇਟਿਡ ਪਰਸਨ ਜਿਹੜੇ ਨੇ ਉਹ ਸੁਸਾਇਟੀ ਦੀਆਂ ਹੱਲ ਕਰਨੀਆਂ ਹੁੰਦੀਆਂ ਨੇ। ਉਹ ਜਿਹੜੇ ਮੌਕੇ ਨੇ, ਅਥਾਹ ਮੌਕੇ ਕਿਹੜੇ ਹਨ ਨਵੀਂ ਸਿੱਖਿਆ ਨੀਤੀ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇੱਕ ਮੈਂ ਸਮਝਦਾ ਕਿ ਇੱਕ ਲੇਮੈਨ ਦੇ ਤੌਰ ਤੇ, ਇੱਕ ਸਧਾਰਨ ਬੰਦੇ ਨੂੰ ਦੀ ਸਮਝ ਆ ਸਕੇ, ਉਹ ਡਿਸਕਸ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਅੱਜ ਯੂਨੀਵਰਸਿਟੀਆਂ ਦੇ ਵਿੱਚ ਵੀ, ਕਾਲਜਾਂ ਦੇ ਵਿੱਚ ਵੀ, ਜਿਹੜੇ ਸਕੂਲਾਂ ਦੇ ਵਿੱਚ ਵੀ, ਕਿਉਂਕਿ ਅਰਲੀ ਚਾਈਲਡਹੁੱਡ ਤੋਂ ਸਟਾਰਟ ਹੋਣੀ ਹੈ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਹੈ, ਹਾਇਰ ਐਜੂਕੇਸ਼ਨ ਤੱਕ ਜਾਣੀ ਹੈ। ਤੋ ਸਾਰੇ ਉਹਨਾਂ ਅਧਿਆਪਕ ਜਿਹੜੇ ਸਕੂਲੀ ਪੱਧਰ ਤੇ ਹਨ, ਹੇਠਲੇ ਪੱਧਰ ਤੇ ਪੜ੍ਹਾਉਂਦੇ ਹਨ, ਫਿਰ ਮਿਡਲ ਏਜ ਤੇ ਪੜ੍ਹਾਉਂਦੇ ਨੇ, ਹਾਇਰ ਸੈਕੰਡਰੀ ਤੇ ਪੜ੍ਹਾਉਂਦੇ ਨੇ, ਕਾਲਜਾਂ ਤੇ ਫਿਰ ਹਾਇਰ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੜ੍ਹਾਉਂਦੇ ਨੇ, ਉਹ ਸਾਰਿਆਂ ਦੇ ਹੀ ਇਹ ਇੱਕ ਕਾਮਨ ਸਬਜੈਕਟ ਆ ਔਰ ਸਾਰੇ ਇਸ ਨੂੰ ਪੜ੍ਹਦੇ ਨੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਆਪਣੇ ਹਿਸਾਬ ਦੇ ਨਾਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਮੈਂ ਵੀ ਤੁਹਾਡੇ ਨਾਲ ਜਿਹੜੇ ਵਿਚਾਰ ਰੱਖਾਂਗਾ ਆਪਣੀ ਸਮਝ ਦੇ ਮੁਤਾਬਕ, ਜੋ ਉਸ ਡਰਾਫਟ ਨੂੰ ਮੈਂ ਪੜ੍ਹਿਆ, ਉਸ ਪਾਲਿਸੀ ਦੀ ਇੰਪਲੀਮੈਂਟੇਸ਼ਨ ਨੂੰ ਕਿਸ ਤਰ੍ਹਾਂ ਹੋਣੀ ਹੈ, ਉਹਦੇ ਵਿੱਚ ਕਿਹੜੇ ਚੈਲੰਜਸ ਆ ਸਕਦੇ ਨੇ, ਕਿਹੜੀਆਂ ਉਸ ਦੇ ਵਿੱਚ ਮੌਕੇ ਆਉਣਗੇ, ਉਹ ਸਾਰੇ ਆਪਾਂ ਜਿਹੜੀ ਹੈਗੀ ਆ ਉਹ ਡਿਸਕਸ ਕਰਨ ਦੀ 1 ਬਾਈ 1 ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਹਾਂ।
ਤੇ ਸਰ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈ, ਇਹਦੀਆਂ ਚੁਣੌਤੀਆਂ ਕਿਹੜੀਆਂ-ਕਿਹੜੀਆਂ ਨੇ ਕਿ ਕਿਸ ਤਰ੍ਹਾਂ ਮਤਲਬ ਕੀ ਚੈਲੰਜਸ ਜਿਹੜੇ ਨੇ ਉਹਨੂੰ ਫੇਸ ਕਰਨੇ ਪੈ ਸਕਦੇ ਨੇ? ਹਾਂਜੀ, ਇਸ ਤੋਂ ਪਹਿਲਾਂ ਮੈਂ ਚੁਣੌਤੀਆਂ ਦੀ ਜਿਹੜੀ ਗੱਲ ਕਰਾਂ, ਕਿਉਂਕਿ ਆਮ ਤੌਰ ਤੇ ਜਿਹੜਾ ਸਾਡਾ ਅਧਿਆਪਕ ਵਰਗ ਹੈ ਔਰ ਖਾਸ ਤੌਰ ਤੇ ਹਾਇਰ ਐਜੂਕੇਸ਼ਨ, ਕਿਉਂਕਿ ਅਸੀਂ ਜਿਹੜੇ ਲੋਕ ਹਾਂ ਅਸੀਂ ਹਾਇਰ ਐਜੂਕੇਸ਼ਨ ਨਾਲ ਸੰਬੰਧ ਰੱਖਦੇ ਹਾਂ, ਸਾਨੂੰ ਪਹਿਲਾਂ ਇੱਕ ਫੋਬੀਆ ਜਿਹੜਾ ਹੈਗਾ ਨਵੀਂ ਸਿੱਖਿਆ ਨੀਤੀ ਦੇ ਬਾਰੇ ਦੇ ਵਿੱਚ ਕਿ ਹੈ ਕੀ ਬੇਸਿਕਲੀ ਚੁਣੌਤੀ ਸਮਝਣ ਤੋਂ ਪਹਿਲਾਂ ਕਿ ਚੁਣੌਤੀਆਂ ਕਿਹੜੀਆਂ ਨੇ, ਉਹ ਬੇਸਿਕਲੀ ਉਹ ਹੈ ਕੀ ਤੇ ਉਹਦਾ ਆਬਜੈਕਟਿਵ ਕੀ ਹੈ, ਬੇਸਿਕਲੀ ਇਹ ਸਾਨੂੰ ਸਮਝ ਲੈਣਾ ਚਾਹੀਦਾ। ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝ ਲੈਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ, ਬਹੁਤ ਸਾਰੇ ਕਾਲਜਿਸ ਦੇ ਵਿੱਚ ਅਕਰੋਸ ਇੰਡੀਆ ਬੜੇ ਵੈਬੀਨਾਰ, ਬੜੇ ਸੈਮੀਨਾਰ ਜਿਹੜੇ ਨੇ ਉਹ ਹੋਏ ਨੇ। ਲੋਕ ਨੇ ਜਿਹੜੇ ਉਹਨੂੰ ਪੜ੍ਹਦੇ ਨੇ, ਅਖਬਾਰਾਂ ਦੇ ਵਿੱਚ ਬੜੇ ਵੱਡੇ ਆਰਟੀਕਲਸ ਜਿਹੜੇ ਨੇ ਵੱਖੋ ਵੱਖਰੇ ਵਿਦਵਾਨ ਅਧਿਆਪਕਾਂ ਦੇ ਉਹ ਆਉਂਦੇ ਹਨ। ਵੱਖੋ ਵੱਖਰੇ ਸਮੇਂ 'ਤੇ ਟਾਕਸ ਜਿਹੜੀਆਂ ਨੇ NEP ਦੇ ਉੱਪਰ ਉਹ ਹੋਈਆਂ ਨੇ ਕਿ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਭ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ ਅਸਲ ਦੇ ਵਿੱਚ ਹੈ ਕੀ। 2020 ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਆ ਉਹਦੀਆਂ ਜਿਹੜੀਆਂ 2-4 ਗੱਲਾਂ ਮੈਂ ਮੋਟੀਆਂ, ਕਿਉਂਕਿ ਆਮ ਤੌਰ ਤੇ ਮੇਰੇ ਨਾਲ ਵੀ ਜਦੋਂ ਅਧਿਆਪਕ ਸਾਹਿਬਾਨਾਂ ਦੀ ਗੱਲਬਾਤ ਹੁੰਦੀ ਆ ਉਹ ਇਹੀ ਕਹਿੰਦੇ ਨੇ ਕਿ ਇਹ ਬੜਾ ਵੱਡਾ ਡਰਾਫਟ ਪਾਲਿਸੀ ਹੈਗਾ, ਇਸ ਨੂੰ ਕਿਵੇਂ ਸਮਝੀਏ, ਇਹ ਕਿੰਨਾ ਕੰਪਲਿਕੇਟਡ ਸਿਸਟਮ ਹੋਏਗਾ, ਇਹ ਕਿਹੋ ਜਿਹਾ ਹੋਏਗਾ, ਕਿਵੇਂ ਲਾਗੂ ਹੋਏਗਾ, ਕਿਸ ਤਰ੍ਹਾਂ ਦੇ ਚੈਲੰਜਸ ਹੋਣਗੇ, ਕੀ ਹੈ ਇਹ ਅਸਲ 'ਚ ਬੇਸਿਕਲੀ ਇੱਕ ਮਤਲਬ ਹਊਆ ਜਾਂ ਜਿਹਨੂੰ ਆਪਾਂ ਕਹੀਏ ਇੱਕ ਫੋਬੀਆ ਜਿਹੜਾ ਬਣਿਆ ਹੋਇਆ ਹੈ। ਆਪਾਂ ਪਹਿਲਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਬੇਸਿਕਲੀ ਨਵੀਂ ਸਿੱਖਿਆ ਨੀਤੀ ਦੇ ਪਿੱਛੇ ਉਹਦਾ ਆਬਜੈਕਟਿਵ ਕੀ ਹੈ, ਵਿਜ਼ਨ ਕੀ ਹੈ, ਸਰਕਾਰ ਕੀ ਚਾਹੁੰਦੀ ਹੈ, ਸਰਕਾਰ ਦਾ ਜਿਹੜਾ ਹੈਗਾ ਇਸ ਦੇ ਤਹਿਤ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਪ੍ਰਾਪਤੀ ਚਾਹੁੰਦੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਜਿਹੜੀ NEP 2020 ਉਹਦੇ ਵਿੱਚ ਗੱਲ ਆਉਂਦੀ ਹੈ। ਸਭ ਤੋਂ ਪਹਿਲਾਂ ਆਬਜੈਕਟਿਵ ਜਿਹੜਾ ਇਹਦਾ ਸਭ ਤੋਂ ਪਹਿਲਾਂ ਜੇ ਆਪਾਂ ਸਮਝੀਏ ਇਸ ਨੂੰ, ਉਹ ਹੈ ਐਜੂਕੇਸ਼ਨ ਦੀ ਅਸੈਸਿਬਿਲਿਟੀ ਫॉर ਆਲ। ਉਹਨੂੰ ਅਸੀਂ ਅਸੈਸਿਬਿਲਿਟੀ ਕਹਿੰਦੇ ਹਾਂ। ਹੁਣ ਤੱਕ ਆਪਾਂ ਦੇਖੀਏ ਜੀ ਜਿਹੜੀਆਂ ਹੁਣ ਤੱਕ ਦੀਆਂ ਸਿੱਖਿਆ ਨੀਤੀ ਬਣੀਆਂ ਉਹਦੇ ਵਿੱਚ ਭਾਵੇਂ ਕਿ ਭਾਰਤ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਔਰ ਜਿਹੜੀ ਪਹਿਲੀ ਸਿੱਖਿਆ ਨੀਤੀ 1968 ਦੇ ਵਿੱਚ ਆਈ, ਦੂਜੀ ਸਿੱਖਿਆ ਨੀਤੀ 1986 ਦੇ ਵਿੱਚ ਆਈ, ਹੁਣ ਤੱਕ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਉਸ ਤਰੀਕੇ ਦੇ ਨਾਲ ਸਪਰੈਡ ਨਹੀਂ ਹੋ ਸਕੀ। ਖਾਸ ਤੌਰ ਤੇ ਹਾਇਰ ਐਜੂਕੇਸ਼ਨ ਉਹ ਹਰ ਇੱਕ ਤੱਕ ਉਹਦੀ ਪਹੁੰਚ ਜਿਹੜੀ ਹੈਗੀ ਆ, ਅਸੈਸਿਬਿਲਿਟੀ ਜਿਹੜੀ ਹੈਗੀ ਆ ਉਹ ਨਹੀਂ ਹੋਈ। ਤਾਂ ਭਾਰਤ ਸਰਕਾਰ ਨੇ ਇਸ ਨਿਊ ਐਜੂਕੇਸ਼ਨ ਪਾਲਿਸੀ 2020 ਜਿਹੜੀ NEP 2020 ਉਸ ਦੇ ਜ਼ਰੀਏ ਇੱਕ ਗੋਲ ਸੈੱਟ ਕਰ ਦਿੱਤਾ ਹੈ ਕਿ ਐਟਲੀ ਹਾਇਰ ਐਜੂਕੇਸ਼ਨ ਦੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਈਅਰ ਮਾਰਕ ਕਰ ਦਿੱਤਾ ਗਿਆ ਕਿ 2035 ਤੱਕ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਦੀ GER ਹੈ, ਜਿਹਨੂੰ ਅਸੀਂ ਗ੍ਰੋਸ ਇਨਰੋਲਮੈਂਟ ਰੇਸ਼ੋ ਕਹਿੰਦੇ ਹਾਂ, ਉਹ 50% ਤੱਕ ਚਲੀ ਜਾਵੇ। ਇੱਥੇ ਮੈਂ ਥੋੜਾ ਜਿਹਾ ਅਗਰ ਦੱਸਾਂ ਤੁਹਾਨੂੰ ਕਿ 2019 ਦੇ ਵਿੱਚ ਇਹ 25% ਹੈ ਤੇ 25% ਤੋਂ 25-26% ਤੋਂ 50% ਤੱਕ ਹਾਇਰ ਐਜੂਕੇਸ਼ਨ ਨੂੰ ਲਿਜਾਣਾ ਇਹ ਮੇਨ ਮਕਸਦ ਹੈ। ਉਹਦੇ ਲਈ ਮਈਅਰਸ ਕਿਹੜੇ ਲਏ ਜਾਣ, ਚਾਹੇ ਉਹ ਆਨਲਾਈਨ ਮਈਅਰ ਹੋਵੇ, ਉਹ ਆਫਲਾਈਨ ਮਈਅਰਸ ਹੋਵੇ, ਉਹ ਬਲੈਂਡਡ ਮੋਡ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ। ਕਿ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਉਹਨੂੰ ਅਸੈਸਿਬਿਲਿਟੀ ਦੇਣੀ ਹੈ ਹਰ ਇੱਕ ਤੱਕ ਜਿਹੜੀ ਹੈਗੀ ਹੈ ਐਟਲੀਸਟ 2035 ਤੱਕ 50% ਲੋਕਾਂ ਨੂੰ ਹਾਇਰ ਐਜੂਕੇਸ਼ਨ ਜਿਹੜੀ ਹੈ ਉਹ ਦੇਣੀ। ਇਹਦਾ ਇੱਕ ਮੇਨ ਮਕਸਦ ਇਹ ਹੈ। ਦੂਸਰੀ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਹਦੇ ਵਿੱਚ ਗੱਲ ਆਉਂਦੀ ਹੈ, ਉਹ ਆਉਂਦੀ ਹੈ ਅਸੈਸਿਬਿਲਿਟੀ ਦੇ ਨਾਲ ਕਿ ਅਸਲ ਦੇ ਵਿੱਚ ਜਿਹੜੀ ਸਿੱਖਿਆ ਹੈ ਉਹ ਗ੍ਰਹਿਣ ਕਰਨ ਤੋਂ ਬਾਅਦ ਉਹਦੇ ਫਾਇਦੇ ਕਿੰਨੇ ਹੋਣ। ਉਹ ਆਉਂਦੀ ਹੈ ਸਕਿਲਡ ਬੇਸਡ ਐਜੂਕੇਸ਼ਨ। ਉਹਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਬੇਸਿਕਲੀ ਇਹ ਜਿਹੜਾ ਪਾਲਿਸੀ ਡਰਾਫਟ ਹੈ ਇਹ ਇੱਕ ਫੋਰਨ ਦਾ ਜਿਹੜਾ ਆਪਾਂ ਕਹੀਏ ਮਾਡਲ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਸਰਕਾਰ ਦੇ ਦੁਆਰਾ NEP 2020 ਦੇ ਵਿੱਚ, ਕਿ ਸਿੱਖਿਆ ਇਸ ਤਰੀਕੇ ਨਾਲ ਦਿੱਤੀ ਜਾਵੇ ਕਿ ਬੰਦਾ ਸਿੱਖਿਅਕ ਵੀ ਹੋ ਜਾਵੇ ਤੇ ਨਾਲ ਦੀ ਨਾਲ ਉਹਦੇ 'ਚ ਸਕਿੱਲਸ ਜਿਹੜੀਆਂ ਨੇ ਉਹ ਆ ਜਾਣ ਕਿ ਉਹ ਕਮਾਈ ਕਰਨ ਦੇ ਯੋਗ ਵੀ ਹੋ ਜਾਵੇ।
ਵਿੱਦਿਆ ਦਾ ਦੁਤਰਫਾ ਜਿਹੜਾ ਹੈਗਾ ਉਹ ਫਾਇਦਾ ਹੋਵੇ। ਇੱਕ ਬੰਦੇ ਨੂੰ ਗਿਆਨਵਾਨ ਹੋਣਾ ਤੇ ਬੰਦੇ ਨੂੰ ਸਕਿਲਡ ਕਰਕੇ ਉਸ ਨੂੰ ਰੁਜ਼ਗਾਰ ਦੇ ਮੌਕੇ ਤਲਾਸ਼ਣ ਦੇ ਲਈ ਪ੍ਰਮੋਟ ਕਰਨਾ ਤੇ ਉਹਨੂੰ ਰੁਜ਼ਗਾਰ ਮੁਹੱਈਆ ਕਰਾਉਣਾ, ਇਹ ਸਿੱਖਿਆ ਜਿਹੜੀ ਨਵੀਂ ਸਿੱਖਿਆ ਨੀਤੀ ਦਾ ਮੇਨ ਜਿਹੜਾ ਮਕਸਦ ਉਹ ਇਹ ਹੈ। ਤੇ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਸਰਕਾਰ ਜਿਹੜੀ ਆ ਉਹਨੇ ਕੀ ਰੋਡ ਮੈਪ ਤਿਆਰ ਕੀਤਾ ਹੈ, ਕਿਸ ਤਰ੍ਹਾਂ ਇੰਪਲੀਮੈਂਟ ਕਰੇਗੀ ਸਰਕਾਰ? ਹਾਂ, ਦੇਖੋ ਇਹਦੇ ਵਿੱਚ ਗੱਲ ਇਹ ਹੈਗੀ ਆ ਕਿ ਸਰਕਾਰ ਨੇ ਇੱਕ ਜਿਹੜਾ ਡਰਾਫਟ ਆਪਣਾ ਬਣਾ ਲਿਆ ਹੈ NEP 2020 ਦਾ 2020 ਤੋਂ। ਉਸ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕਿ ਉਹਨੂੰ ਪਬਲਿਕ ਵੀ ਕੀਤਾ ਗਿਆ, ਪਬਲਿਕ ਡੋਮੇਨ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਬਹੁਤ ਸਾਰੇ ਚੈਲੰਜਸ ਸੀਗੇ ਉਹਦੇ ਲਈ ਸਲਾਹਾਂ ਜਿਹੜੀਆਂ ਨੇ ਉਹ ਓਪਨਲੀ ਆਨਲਾਈਨ ਬਹੁਤ ਤਰ੍ਹਾਂ ਦੇ ਮੋਡ ਦੇ ਉੱਪਰ ਮੰਗੀਆਂ ਗਈਆਂ ਕਿ ਤੁਸੀਂ ਇਹਦੇ ਵਿੱਚ ਕਿਹੜੇ ਕਿਹੜੇ ਹੋਰ ਸੁਧਾਰ ਚਾਹੁੰਦੇ ਹੋ। ਅਲਟੀਮੇਟਲੀ ਉਹ ਜਿਹੜੀ ਪਾਲਿਸੀ ਇੱਕ ਉਹਨੂੰ ਡਰਾਫਟ ਕਰ ਲਿਆ ਗਿਆ ਤੇ ਡਰਾਫਟ ਕਰਨ ਤੋਂ ਬਾਅਦ ਉਹ ਪਾਲਿਸੀ ਨੂੰ ਹੁਣ ਜਿਹੜਾ ਹੈ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਔਰ ਕਰਨਾਟਕਾ ਸਟੇਟ ਜਿਹੜਾ ਹੈ ਉਹ ਸਭ ਤੋਂ ਪਹਿਲਾ ਸਟੇਟ ਹੈ ਜਿੱਥੇ 2 ਸਾਲ ਪਹਿਲਾਂ, ਇਹ ਤੀਸਰਾ ਸਾਲ ਹੈ ਜਿੱਥੇ ਨਵੀਂ ਸਿੱਖਿਆ ਨੀਤੀ ਜਿਹੜੀ ਹੈਗੀ ਆ ਉਹਨਾਂ ਨੇ ਅਪਣਾ ਲਈ ਹੈ। ਤੇ ਅਦਰ ਸਟੇਟ ਜਿਹੜੇ ਨੇ ਉਹ ਹੁਣ ਉਸ ਨੂੰ ਕਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ 2023-24 ਦਾ ਸੈਸ਼ਨ ਜਿਹੜਾ ਉਸ ਨੂੰ ਅਲਟੀਮੇਟਮ ਦੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜਿਸ ਤਰ੍ਹਾਂ ਮਰਜ਼ੀ ਕਰਕੇ ਤੁਸੀਂ ਨਵੀਂ ਸਿੱਖਿਆ ਨੀਤੀ ਨੂੰ ਜਿਹੜਾ ਹੈਗਾ ਉਹ ਲਾਗੂ ਕਰੋ, ਤਾਂ ਕਿ ਜੇ ਲਾਗੂ ਹੋਏਗੀ ਤਾਂ ਹੀ ਅਸੀਂ ਉਹ ਜਿਹੜਾ ਆਬਜੈਕਟਿਵ ਜਾਂ ਗੋਲ ਜਿਸ ਨੂੰ ਲੈ ਕੇ ਅਸੀਂ 2035 ਵਾਲਾ ਉਹ ਤਾਂ ਪ੍ਰਾਪਤ ਕਰ ਸਕਾਂਗੇ ਜੇਕਰ ਉਹਦੀ ਸ਼ੁਰੂਆਤ ਕਰ ਸਕਾਂਗੇ। ਪਹਿਲਾਂ ਤਾਂ ਸ਼ੁਰੂਆਤ ਕਰਨ ਦੀ ਗੱਲ ਹੈ, ਹੁਣ ਉਹ ਸ਼ੁਰੂ ਹੋਏਗੀ, ਫਿਰ ਉਹਦੇ ਰਿਜ਼ਲਟਸ ਆਉਣਗੇ, ਉਹ ਰਿਜ਼ਲਟਸ ਕਿਸ ਤਰ੍ਹਾਂ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ, ਫਿਰ ਉਹ ਸਾਰੇ ਚੈਲੰਜਸ ਸਾਡੇ ਸਾਹਮਣੇ ਆਉਣਗੇ। ਜਿਵੇਂ ਜਿਵੇਂ ਦੀ ਇੰਪਲੀਮੈਂਟੇਸ਼ਨ ਹੋਈ ਜਾਏਗੀ ਤਾਂ ਜਿਹੜੇ ਚੈਲੰਜਸ ਨੇ ਉਹ ਕਾਲਜਾਂ ਦੇ, ਸਕੂਲਾਂ ਦੇ, ਯੂਨੀਵਰਸਿਟੀਆਂ ਦੇ ਸਾਹਮਣੇ ਜਿਹੜੇ ਨੇ ਉਹ ਆਉਂਦੇ ਜਾਣਗੇ ਤੇ ਉਹਨਾਂ ਚੈਲੰਜਸ ਨੂੰ ਦੇਖ ਕੇ ਉਹਨਾਂ ਨੂੰ ਕਿਵੇਂ ਸੌਰਟ ਆਊਟ ਕਰਨਾ ਹੈ, ਕਿਉਂਕਿ ਇੱਕ ਡਰਾਫਟ ਹੈ, ਉਹਦੀ ਇੰਪਲੀਮੈਂਟੇਸ਼ਨ ਹੋਣੀ ਹੈ, ਦੈਨ ਇੰਪਲੀਮੈਂਟ ਹੋਣੀ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੰਪਲੀਮੈਂਟੇਸ਼ਨ ਤੇ ਖੜੀਆਂ ਨੇ ਤੇ ਉਸ ਦੇ ਬਾਰੇ 'ਚ ਚਰਚਾਵਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਗੁਰੂ ਨਾਨਕ ਦੇਵ ਪੰਜਾਬ ਦੀ ਆਪਾਂ ਗੱਲ ਕਰੀਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿ ਕਮੇਟੀ ਬਣੀ ਹੋਈ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਕਾਲਜਾਂ ਦੇ ਵਿੱਚ ਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਹੈ ਉਹ ਨਵੀਂ ਸਿੱਖਿਆ ਨੀਤੀ ਦਾ ਪਹਿਲੂ ਅਸੀਂ ਲਾਗੂ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਕਮੇਟੀ ਬਣੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਐਫੀਲੀਏਟਿੰਗ ਕਾਲਜਸ ਜਿਹੜੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਉਸ ਨੂੰ ਲਿਆਈਏ, ਕਿਉਂਕਿ ਇੱਕ ਓਲਡ ਜਿਹੜਾ ਪੁਰਾਣਾ ਢਾਂਚਾ ਜਿਹੜਾ ਉਹ ਪੂਰਨ ਤੌਰ ਤੇ ਇੱਕ ਰੀਸਟਰਕਚਰ ਦੇ ਤੌਰ ਤੇ ਹੋ ਰਿਹਾ ਹੈ। 34 ਸਾਲ ਬਾਅਦ ਇੱਕ ਨਵੀਂ ਜਿਹੜੀ ਤਰ੍ਹਾਂ ਦੀ ਸਿੱਖਿਆ ਨੀਤੀ ਜਿਹੜੀ ਹੈ ਉਹ ਅਲੱਗ ਤਰ੍ਹਾਂ ਦੀ ਸਿੱਖਿਆ ਨੀਤੀ ਜਿਹੜੀ ਆ ਉਹ ਆ ਰਹੀ ਹੈ ਔਰ ਉਸ ਨੂੰ ਜਿਹੜਾ ਲਾਗੂ ਕਰਨਾ ਹੈ ਉਹ ਸਰਕਾਰ ਨੇ ਲਾਗੂ ਕਰਨਾ ਹੈ। ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ, ਜੇ ਮੈਂ ਹਾਇਰ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਉਹ ਬਾਏ ਦਾ ਪ੍ਰਿੰਸੀਪਲ ਆਫ ਦਾ ਕਾਲਜ, ਹੈਡ ਆਫ ਦਾ ਇੰਸਟੀਟਿਊਸ਼ਨ ਔਰ ਬਾਏ ਦਾ ਵਾਈਸ ਚਾਂਸਲਰ ਆਫ ਦਾ ਯੂਨੀਵਰਸਿਟੀ ਐਂਡ ਬਾਏ ਦਾ ਫੈਕਲਟੀ ਮੈਂਬਰਸ ਜਿਹੜੇ ਉੱਥੇ ਅਧਿਆਪਕ ਵਰਗ ਹੈ ਉਸ ਨੇ ਉਸ ਨੂੰ ਲਾਗੂ ਕਰਨਾ ਹੈ ਤੇ ਉਹ ਵਿਦਿਆਰਥੀਆਂ ਤੇ ਲਾਗੂ ਹੋਣੀ ਹੈ। ਜਦੋਂ ਤੱਕ ਇਹ ਜਿਹੜੇ ਸਾਡੇ ਸਟੇਕ ਹੋਲਡਰਸ ਨੇ, ਖਾਸ ਤੌਰ ਤੇ ਜਿਹੜੀ ਸਾਡੀ ਲੀਡਰਸ਼ਿਪ ਉੱਪਰਲੀ ਹੈ, ਵਾਈਸ ਚਾਂਸਲਰ ਸਾਹਿਬ ਹਨ ਯੂਨੀਵਰਸਿਟੀਆਂ ਦੇ, ਪ੍ਰਿੰਸੀਪਲਸ ਆਫ ਦਾ ਕਾਲਜਸ ਨੇ ਔਰ ਜਿਹੜੀ ਸਟੂਡੈਂਟਸ ਨੇ, ਖਾਸ ਤੌਰ ਤੇ ਮੈਂ ਵਿਦਿਆਰਥੀਆਂ ਦੇ ਲਈ ਬਹੁਤ ਇੰਪੋਰਟੈਂਟ ਗੱਲ ਮੰਨਦਾ, ਵਿਦਿਆਰਥੀ ਨੂੰ ਵੀ ਇਸ ਚੀਜ਼ ਦਾ ਸਾਰੀ ਦਾ ਪਤਾ ਹੋਣਾ ਚਾਹੀਦਾ ਕਿ ਨਵੀਂ ਸਿੱਖਿਆ ਨੀਤੀ ਦੇ ਵਿੱਚ ਸਾਡੇ ਲਈ ਕਿਹੋ ਜਿਹੇ ਮੌਕੇ ਆ ਰਹੇ ਨੇ। ਇਹ ਕਹੂਗਾ ਨਹੀਂ ਹੈ, ਇਹ ਕੋਈ ਡਰ ਨਹੀਂ ਹੈ, ਬਹੁਤ ਸਾਰੇ ਇਹੋ ਜਿਹੇ ਨਵੇਂ ਮੌਕੇ ਜਿਹੜੇ ਨੇ ਉਹਦੇ ਵਿੱਚ ਆ ਰਹੇ ਨੇ। ਜੇ ਚੈਲੰਜਸ ਨੇ ਤਾਂ ਮੌਕੇ ਵੀ ਨੇ, ਕਿਉਂਕਿ ਇਹ ਕੁਦਰਤ ਦਾ ਨੇ। ਮੈਂ ਜਿੰਨੇ ਜ਼ਿਆਦਾ ਚੈਲੰਜਸ ਹੋਣਗੇ, ਅਪਰਚੁਨਿਟੀਜ਼ ਜਿਹੜੀਆਂ ਨੇ ਉਸ ਨੂੰ ਉਨੀਆਂ ਹੀ ਜ਼ਿਆਦਾ ਮਿਲਣਗੀਆਂ। ਮੈਂ ਹਮੇਸ਼ਾ ਹੀ ਇਹੀ ਸੋਚਦਾ ਹੁੰਦਾ ਕਿ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਿਆ ਜਾਵੇ ਤੇ ਨਵੀਂ ਸਿੱਖਿਆ ਨੀਤੀ ਨੂੰ ਵੀ ਆਪਾਂ ਜਿਹੜਾ ਹੈਗਾ ਇੱਕ ਪੋਜ਼ਿਟਿਵ ਪ੍ਰੋਸਪੈਕਟ ਤੋਂ ਲਈਏ ਤੇ ਚੈਲੰਜਸ ਨੂੰ ਵੀ, ਤੇ ਇਹਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਆਪਣੇ ਮੌਕੇ ਹੋਣਗੇ ਉਹ ਕਿਸ ਤਰ੍ਹਾਂ ਦੇ ਹੋਣਗੇ ਉਹਨਾਂ ਨੂੰ ਆਪਾਂ ਲਈਏ। ਤਾਂ ਇਹ ਬੜਾ ਮੈਨੂੰ ਲੱਗਦਾ ਪੋਜ਼ਿਟਿਵ ਵੇ ਦੇ ਵਿੱਚ ਆਪਾਂ ਨੂੰ ਇਹਨਾਂ ਨੂੰ ਸੋਚ ਕੇ ਲੈਣਾ ਚਾਹੀਦਾ। ਔਰ ਇਹਦੀ ਜਿਹੜੀ ਸਮਝ ਮੈਨੂੰ ਲੱਗਦਾ ਨਾ, ਇਹਦੀ ਸਮਝ ਬੜੀ ਸੌਖੀ ਜੀ ਹੋ ਜਾਵੇ, ਅਗਰ ਸੌਖੇ ਜਿਹੇ ਤਰੀਕੇ ਦੇ ਨਾਲ ਹਰ ਇੱਕ ਨੂੰ ਸਮਝ ਲੱਗ ਜਾਵੇ ਕਿ ਇਹ ਭਾਈ ਨਵੀਂ ਸਿੱਖਿਆ ਨੀਤੀ ਦਾ ਇਹ ਆਬਜੈਕਟਿਵ ਹੈ ਤੇ ਇਸ ਤਰੀਕੇ ਨਾਲ ਦੀ ਇੰਪਲੀਮੈਂਟੇਸ਼ਨ ਹੋਣੀ ਹੈ ਤੇ ਆਹ ਜਿਹੜੇ ਮੌਕੇ ਦੇ ਵਿੱਚੋਂ ਨਿਕਲਣਗੇ ਜਿਨ੍ਹਾਂ ਨੂੰ ਅਸੀਂ ਤਰਾਸ਼ਣਾ ਹੈ, ਤਲਾਸ਼ਣਾ ਹੈ ਤੇ ਉਹਨਾਂ ਨੂੰ ਆਪਣੇ
ਤੇ ਇੰਪਲੀਮੈਂਟ ਕਰਨਾ ਹੈ। ਇਹ ਸਾਰੀ ਗੱਲ ਸਾਡੇ ਦਿਮਾਗ ਦੇ ਵਿੱਚ ਆਏਗੀ, ਜਦ ਤੱਕ ਨਹੀਂ ਆਉਂਦੀ ਤਾਂ ਤਦ ਤੱਕ ਉਹ ਇੱਕ ਹਊਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੱਕ ਜਿਹੜਾ ਡਰ ਜਾਂ ਉਹਦੇ ਬਾਰੇ ਉਹ ਤੋਂ ਭੱਜਣਾ ਉਹ ਬਣਿਆ ਰਹੇਗਾ ਜਦ ਤੱਕ ਅਸੀਂ ਇਹਨੂੰ ਪ੍ਰੋਪਰਲੀ ਸਮਝਦੇ ਨਹੀਂ। ਕਿਉਂਕਿ ਹਰ ਬੰਦਾ ਨਵੀਂ ਸਿੱਖਿਆ ਨੀਤੀ ਨੂੰ ਪੜ੍ਹ ਕੇ ਉਹਨੂੰ ਆਪਣੇ ਤਰੀਕੇ ਦੇ ਨਾਲ ਉਹਦੀ ਇੰਟਰਪ੍ਰੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਆਪਣੀ ਬੁੱਧੀ ਦੇ ਮੁਤਾਬਕ ਜਿੰਨਾ ਕੁ ਮੈਂ ਉਸ ਨੂੰ ਸਮਝਦਾ ਹਾਂ, ਮੈਂ ਆਪਣੇ ਹਿਸਾਬ ਦੇ ਨਾਲ ਉਸ ਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦਾ। ਦੂਸਰਾ ਬੰਦਾ ਉਸ ਨੂੰ ਆਪਣੇ ਹਿਸਾਬ ਦੇ ਨਾਲ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਵਾਲ ਇਹ ਹੈ ਕਿ ਅਸੀਂ ਸੌਖੇ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਨਾਲ ਇੱਕ ਆਮ ਲੋਕਾਂ ਦੇ ਵਿੱਚ, ਆਮ ਵਿਦਿਆਰਥੀਆਂ ਦੇ ਵਿੱਚ, ਆਮ ਅਧਿਆਪਕਾਂ ਦੇ ਵਿੱਚ, ਕਿਉਂਕਿ ਸਾਰਿਆਂ ਨੇ ਨਹੀਂ ਇਹਨੂੰ ਪੜ੍ਹਨਾ, ਸਾਰੇ ਨਹੀਂ ਪੜ੍ਹ ਰਹੇ ਇਸ ਨੂੰ, ਸਾਰਿਆਂ ਨੇ ਇਸ ਨੂੰ ਲਾਗੂ ਕਰਨ ਦੇ ਵਿੱਚ ਉਸ ਤਰ੍ਹਾਂ ਦਾ ਰੋਲ ਪਲੇ ਨਹੀਂ ਕਰਨਾ। ਜਿਨ੍ਹਾਂ ਨੇ ਇਸ ਨੂੰ ਲਾਗੂ ਕਰਨ ਦੇ ਵਿੱਚ ਰੋਲ ਪਲੇ ਕਰਨਾ ਹੈ, ਜਿਨ੍ਹਾਂ ਨੇ ਇਸ ਦੇ ਵਿੱਚ ਪੜ੍ਹਨਾ ਹੈ, ਐਟਲੀਸਟ ਉਹ ਉਨਾ ਕੁ ਵਰਗ ਇੰਨਾ ਕੁ ਜ਼ਿਆਦਾ ਉਸ ਦੇ ਹੋਮਲੀ ਹੋ ਜਾਵੇ ਕਿ ਉਸ ਨੂੰ ਈਜ਼ੀਲੀ ਉਹ ਐਕਸੈਪਟ ਕਰ ਲਵੇ ਔਰ ਉਹਨੀ ਇੰਪਲੀਮੈਂਟੇਸ਼ਨ ਸੌਖੀ ਹੋ ਜਾਵੇ। ਸਰ, ਮੇਰਾ ਆਖਰੀ ਸਵਾਲ ਕਿ ਜਿਵੇਂ ਹੁਣ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦੇਸ਼ੀ ਯੂਨੀਵਰਸਿਟੀਆਂ ਜਿਹੜੀਆਂ ਨੇ ਸਾਡੇ ਦੇਸ਼ ਵਿੱਚ ਜਿਹੜੀਆਂ ਲੈਂਦੀਆਂ ਜਾ ਰਹੀਆਂ ਨੇ, ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਸਾਡੇ ਆਪਣੇ ਕਾਲਜ ਨੇ, ਆਪਣੀਆਂ ਯੂਨੀਵਰਸਿਟੀਆਂ ਨੇ, ਉਹਨਾਂ ਦੇ ਸਾਹਮਣੇ ਇੱਕ ਬੜੀ ਵੱਡੀ ਜਿਹੜੀ ਚੁਣੌਤੀ ਖੜੀ ਹੋ ਜਾਏਗੀ? ਹਾਂਜੀ, ਦੇਖੋ, ਨਵੀਂ ਸਿੱਖਿਆ ਨੀਤੀ ਦੇ ਬਾਰੇ 'ਚ ਜਦੋਂ ਮੈਂ ਕਿਹਾ ਕਿ ਕਿਉਂਕਿ ਬਹੁਤ ਵੱਡਾ ਡਰਾਫਟ ਡਾਕੂਮੈਂਟ ਹੈ, ਸਾਰਾ ਇਸ ਨੂੰ ਕੋਈ ਪੜ੍ਹਦਾ ਵੀ ਨਹੀਂ ਹੈਗਾ, ਉਹਦੀਆਂ ਵਿੱਚ ਕ੍ਰਕਸ ਕੀ ਨੇ ਉਹਨਾਂ ਦੇ ਬਾਰੇ 'ਚ ਵੀ ਪੜ੍ਹਨ ਦੀ ਬਹੁਤੀ ਜ਼ਿਆਦਾ ਜਿਹੜੀ ਹੈਗੀ ਆ ਉਹ ਸਮਝ ਰੱਖਣ ਤੋਂ ਗੁਰੇਜ਼ ਕਰਦੇ ਨੇ ਲੋਕ। ਮੈਂ ਕਈ ਵਾਰ ਦੇਖਿਆ ਕਿ ਭੱਜਦੇ ਨੇ ਉਸ ਨੂੰ ਪੜ੍ਹਨ ਤੋਂ। ਬੜਾ ਵਧੀਆ ਸਵਾਲ ਤੁਸੀਂ ਉਠਾ ਲਿਆ। ਵਿਦੇਸ਼ੀ ਯੂਨੀਵਰਸਿਟੀਆਂ, ਨਵੀਂ ਸਿੱਖਿਆ ਨੀਤੀ ਦਾ ਆਬਜੈਕਟਿਵ ਕੀ ਹੈ ਕਿ ਜਿਹੜੀ ਸਾਡੀ ਸਿੱਖਿਆ ਹੈ ਉਸ ਨੂੰ ਗਲੋਬਲੀ ਐਕਸੈਪਟੈਂਸ ਦੇਣੀ ਹੈ, ਗਲੋਬਲਾਈਜ਼ ਪੱਧਰ ਦੇ ਉੱਤੇ ਉਹਦੀ ਜਿਹੜੀ ਬਰਾਬਰਤਾ, ਮਾਨਤਾ ਜਿਹੜੀ ਹੈਗੀ ਉਹ ਬਣਾਉਣੀ ਹੈ। ਮੇਨ ਐਸਪੈਕਟ ਤਾਂ ਇਹ ਹੈ। ਜੇ ਤੁਸੀਂ ਉਹੋ ਜਿਹਾ এনवायरमेंट ਕ੍ਰੀਏਟ ਕਰੋਗੇ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਅਜਿਹੀ ਪਾਏਦਾਰ ਸਿੱਖਿਆ ਹਿੰਦੁਸਤਾਨ ਦੇ ਵਿੱਚ ਆਏਗੀ, ਅਸੀਂ ਚਾਹੀ ਤਾਂ ਹੀ ਉਸ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜੋ ਯੂਨੀਵਰਸਿਟੀਆਂ ਨੇ ਉਹਨਾਂ ਦਾ ਜੋ ਮਿਆਰ ਹੈ, ਉਸ ਚੈਲੰਜ ਨੂੰ ਐਕਸੈਪਟ ਕਰਕੇ ਉਸ ਨੂੰ ਅਸੀਂ ਉਸ ਚੈਲੰਜ ਦੇ ਨਾਲ ਲੜਨ ਦੇ ਯੋਗ ਹੋਵਾਂਗੇ। ਨਵੀਂ ਸਿੱਖਿਆ ਨੀਤੀ ਇਹ ਚੀਜ਼ ਕਰਦੀ ਹੈ ਕਿ ਸਾਨੂੰ ਇੰਟਰਨੈਸ਼ਨਲੀ ਰੈਕੋਗਨਾਈਜ਼ ਕਰਨੀ ਹੈ ਸਾਡੀ ਐਜੂਕੇਸ਼ਨ ਨੂੰ। ਹੁਣ ਤੱਕ ਤਾਂ ਅਸੀਂ ਆਪਣੀ ਐਜੂਕੇਸ਼ਨ ਨੂੰ ਇੰਟਰਨੈਸ਼ਨਲੀ ਰੈਕੋਗਨਾਈਜ਼ ਕਰਨ ਦੇ ਵਿੱਚ ਹੀ ਅਸਮਰਥ ਰਹੇ ਹਾਂ। ਜੇ ਅਸੀਂ ਸਮਰਥ ਹੋ ਜਾਾਂਗੇ ਤਾਂ ਬਾਹਰ ਦੀਆਂ ਯੂਨੀਵਰਸਿਟੀਆਂ ਆਉਣਗੀਆਂ, ਐਟ ਪਾਰ ਸਿਲੇਬਸ ਹੋਏਗਾ, ਐਟ ਪਾਰ ਜਿਹੜਾ ਐਜੂਕੇਸ਼ਨ ਸਿਸਟਮ ਹੋਏਗਾ, ਫੈਸਿਲਿਟੀਜ਼ ਹੋਣਗੀਆਂ ਉਸ ਤਰ੍ਹਾਂ ਦੀਆਂ, ਉਹਦਾ ਜਿਹੜਾ ਉਹਦੇ ਵਿੱਚੋਂ ਨਿਕਲਣ ਵਾਲੇ ਜਿਹੜੇ ਮੌਕੇ ਨੇ, ਉਹਨਾਂ ਮੌਕਿਆਂ ਦਾ ਜਿਹੜਾ ਫਾਇਦਾ ਹੈ ਉਹ ਮਿਲਣਾ ਕਿਸ ਨੂੰ ਹੈ? ਅਲਟੀਮੇਟਲੀ ਉਹ ਮਿਲਣਾ ਵਿਦਿਆਰਥੀ ਨੂੰ, ਸਾਡੇ ਵਿਦਿਆਰਥੀ ਨੂੰ ਮਿਲਣਾ ਹੈ, ਵਿਦੇਸ਼ੀ ਵਿਦਿਆਰਥੀ ਨੂੰ ਮਿਲਣਾ ਹੈ। ਜਿਹੜਾ ਹੁਣ ਇੱਥੇ ਪੜ੍ਹੇਗਾ, ਚਾਹੇ ਉਹ ਵਿਦੇਸ਼ੀ ਯੂਨੀਵਰਸਿਟੀ ਆ ਰਹੀ ਹੈ ਉਹ 'ਚ ਪੜ੍ਹੇਗਾ, ਸਾਡੀ 'ਚ ਪੜ੍ਹੇਗਾ, ਜਦੋਂ ਇਕੁਅਲੈਂਟ ਹੋ ਜਾਏਗਾ ਸਾਰਾ ਸੈਟਅਪ, ਇਕੁਐਲਿਟੀ ਆ ਜਾਏਗੀ, ਐਕਸੀਲੈਂਸ, ਕਿਉਂਕਿ ਐਕਸੀਲੈਂਸ ਵੱਲ ਨੂੰ ਅਸੀਂ ਜਾਣਾ ਹੈ, ਐਕਸੀਲੈਂਸ ਵੱਲ ਨੂੰ ਵਧਣਾ ਹੈਗਾ, ਕੁਆਲਿਟੀ ਐਜੂਕੇਸ਼ਨ ਤੇ ਜ਼ੋਰ ਦਿੱਤਾ ਗਿਆ ਹੈਗਾ, ਐਸੈਸਿਬਿਲਿਟੀ ਤੇ ਜ਼ੋਰ ਦਿੱਤਾ ਗਿਆ ਹੈ, ਅਫੋਰਡੇਬਿਲਿਟੀ ਤੇ ਜ਼ੋਰ ਦਿੱਤਾ ਗਿਆ ਕਿ ਅਫੋਰਡੇਬਲ ਕਰ ਦਿਓ, ਗਰੀਬ ਤੋਂ ਗਰੀਬ ਬੱਚਾ ਜਿਹੜਾ ਹੈ ਉਹ ਇੰਟਰਨੈਸ਼ਨਲਾਈਜ਼ ਸਟੈਂਡਰਡ ਦੀ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਪਤ ਕਰ ਸਕੇ, ਉਹ ਘਰ ਬੈਠੇ ਪ੍ਰਾਪਤ ਕਰ ਸਕੇ। ਉਹਦੇ ਲਈ ਆਨਲਾਈਨ ਮਾਧਿਅਮ ਦੀ ਜਿਹੜੀ ਹੈਗੀ ਆ ਵਿਵਸਥਾ ਕਰ ਦਿੱਤੀ, ਉਸ ਦੇ ਲਈ ਆਫਲਾਈਨ ਮਾਧਿਅਮ ਦੀ ਬਲੈਂਡਡ ਮੋਡ ਦੀ ਜਿਹੜੀ ਹੈਗੀ ਹੈ। ਹੁਣ ਦੇਖੋ ਕਿੰਨਾ ਸੰਭਵ ਹੋ ਗਿਆ ਆਫਟਰ ਕੋਵਿਡ। ਤਾਂ ਬੜਾ ਇਹ ਸਾਡੇ ਲਈ ਕੀ ਹੋਇਆ ਕਿ ਜਿਹੜੇ ਲੋਕ ਕਦੇ ਸੋਚਦੇ ਸੀ ਉਹਨਾਂ ਦੇ ਲਈ ਹਾਰਵਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਜਿਹੜੀ ਹੈ ਉਹ ਇੱਕ ਸੁਪਨਾ ਮਾਤਰ ਸੀ। ਉੱਥੇ ਜਾਣਾ, ਉੱਥੇ ਦੇ ਅਧਿਆਪਕਾਂ ਦੇ ਨਾਲ ਇੰਟਰੈਕਟ ਕਰਨਾ, ਪੜ੍ਹਨਾ, ਸਮਝਣਾ। ਤਾਂ ਹੁਣ ਕੀ ਹੈ ਕਿ ਆਨਲਾਈਨ ਮੋਡ ਨੇ, ਬਲੈਂਡਡ ਮੋਡ ਨੇ ਕਿੰਨੇ ਹੀ ਮੌਕੇ ਸਾਡੇ ਲਈ ਦੇ ਦਿੱਤੇ ਕਿ ਉਹਨਾਂ ਦੇ ਨਾਲ ਇੰਟਰੈਕਸ਼ਨ ਦੇ ਮੌਕੇ ਮਿਲੇ। ਇਹ ਸਾਰੀਆਂ ਮੌਕੇ ਨੇ ਇੰਟਰਨੈਸ਼ਨਲੀ ਸਾਨੂੰ ਜਿਹੜਾ ਹੈਗਾ ਗਲੋਬਲੀ ਜੇ ਤੁਸੀਂ ਜਾਣਾ ਹੈ, ਕਿਉਂਕਿ ਦੇਖੋ ਵੀ ਆਰ ਨਾਟ ਲਿਵਿੰਗ ਇਨ ਦਾ ਆਈਸੋਲੇਸ਼ਨ। ਇੰਡੀਆ ਜਿਹੜਾ ਹੈਗਾ ਕੋਈ ਕੱਲਮ ਕੱਲਾ ਤਾਂ ਰਹਿ ਨਹੀਂ ਰਿਹਾ। ਔਰ ਅੱਜ ਇਸ ਇੰਟਰਨੈਸ਼ਨਲਾਈਜੇਸ਼ਨ ਦੇ ਦੌਰ ਦੇ ਵਿੱਚ ਇੱਕ ਐਜੂਕੇਸ਼ਨ ਹੀ ਅਜਿਹਾ ਟੂਲ ਹੈ, ਵਿੱਦਿਆ ਹੀ ਅਜਿਹਾ ਟੂਲ ਹੈ ਜਿਹੜਾ ਤੁਹਾਨੂੰ ਦੂਜੇ ਮੁਲਕਾਂ ਦੇ ਬਰਾਬਰ ਕਰ ਸਕਦਾ।
ਅੱਜ ਸਾਡਾ ਵਿਦਿਆਰਥੀ ਪੜ੍ਹਨ ਲਈ ਜਾ ਰਿਹਾ ਵਿਦੇਸ਼ਾਂ ਦੇ ਵਿੱਚ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵਿਦੇਸ਼ਾਂ 'ਚ ਪੜ੍ਹ, ਕੱਲ ਨੂੰ ਵਿਦੇਸ਼ਾਂ ਦਾ ਵਿਦਿਆਰਥੀ ਜੇ ਤੁਹਾਡੀ ਇਕੁਅਲੈਂਟ ਹੋ ਜਾਏਗੀ, ਤੁਹਾਡਾ ਜਿਹੜਾ ਐਜੂਕੇਸ਼ਨ ਸੈਟਅਪ ਹੈ, ਤੁਹਾਡੀਆਂ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਐਟ ਪਾਰ ਹੋ ਜਾਣਗੀਆਂ, ਉਹਨਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਣਗੇ। ਦੇਖੋ ਇਹ ਐਕਸਚੇਂਜ ਪ੍ਰੋਗਰਾਮ ਹੈ, ਦਿਸ ਇਜ਼ ਦੀ ਐਕਸਚੇਂਜ ਪ੍ਰੋਗਰਾਮ, ਉਹ ਚੱਲੇਗਾ। ਅੱਜ ਦੇ ਸੰਦਰਭ 'ਚ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਉਸਦੇ ਕਿਸ ਤਰ੍ਹਾਂ ਦੇ ਆਯਾਮ ਜਿਹੜੇ ਨੇ ਉਹ ਨਿਕਲਣਗੇ। ਇਹ ਬੜਾ ਬਰਾਊਡਰ ਐਸਪੈਕਟ ਤੋਂ ਮੈਂ ਸਮਝਦਾ ਕਿ ਇਸ ਨੂੰ ਸਾਨੂੰ ਬਹੁਤ ਓਪਨ ਮਾਈਂਡਡ, ਬਰਾਊਡ ਮਾਈਂਡਡਲੀ ਹੋ ਕੇ ਸੋਚਣ ਦੀ ਲੋੜ ਹੈ ਨਵੀਂ ਸਿੱਖਿਆ ਨੀਤੀ ਦੇ ਬਾਰੇ 'ਚ, ਇਸ ਦੇ ਮੌਕਿਆਂ ਦੇ ਬਾਰੇ 'ਚ। ਨੋ ਡਾਊਟ ਨੰਬਰ ਆਫ ਚੈਲੰਜਸ, ਤੁਸੀਂ ਪਹਿਲਾਂ ਗੱਲ ਕਰੀ ਜਿਸ ਤਰ੍ਹਾਂ ਕਿ 6% ਬਜਟਰੀ ਪ੍ਰੋਸੈਸ ਦੀ ਉਹਦੇ 'ਚ ਗੱਲ ਕਹੀ ਗਈ ਹੈ, ਪਰ ਜੇ ਦੋਨਿਆਂ ਨੂੰ ਮਿਲਾ ਕੇ ਲਾ ਲਈਏ ਸੈਂਟਰ ਤੇ ਸਟੇਟ ਨੂੰ, ਤਾਂ ਮੈਨੂੰ ਲੱਗਦਾ ਕਿ 3.1% ਦੇ ਕਰੀਬ ਜਿਹੜਾ ਹੈਗਾ ਜ਼ੋਰ ਲਾ ਕੇ ਜਿਹੜਾ ਲੱਗ ਰਿਹਾ। ਤਾਂ ਇੱਕ 3% ਦਾ ਜਿਹੜਾ ਗੈਪ ਆ ਉਹ ਕਿਸ ਤਰ੍ਹਾਂ ਦਾ, ਦੈਟ ਇਜ਼ ਅ ਚੈਲੰਜ, ਨੋ ਡਾਊਟ। ਚੈਲੰਜਸ ਵਨ ਮੋਰ ਚੈਲੰਜਸ ਇਜ਼ ਦੇਅਰ ਕਿ ਸਿਸਟਮ ਨਵਾਂ ਆ ਗਿਆ, ਨਿਊ ਐਜੂਕੇਸ਼ਨ ਪਾਲਿਸੀ, ਦੈਟ ਇਜ਼ NEP 2020, ਪਰ ਜਿਸ ਨੇ ਉਹਨੂੰ ਇੰਪਲੀਮੈਂਟ ਕਰਨਾ ਦੇ ਆਰ ਓਲਡ। ਜਿਹੜਾ ਸਿੱਖਿਅਕ ਵਰਗ ਹੈ, ਜਿਹੜਾ ਅਧਿਆਪਨ ਵਰਗ ਹੈ, ਜਿਹਨੂੰ 50 ਸਾਲ ਦੀ ਉਮਰ ਹੈ, ਉਸਨੇ ਆਪਣੀ 20-30 ਸਾਲ ਦੀ ਨੌਕਰੀ ਕਰ ਲਈ ਹੈ, ਤੇ ਉਹ 50 ਸਾਲ ਦੀ ਉਮਰ 'ਚ ਜਾ ਕੇ ਕਿਸ ਤਰ੍ਹਾਂ ਨਵੇਂ ਸੈਟਅਪ ਦੇ ਵਿੱਚ ਜਾਂਦਾ ਹੈ, ਉਹ ਦੈਟ ਇਜ਼ ਅ ਚੈਲੰਜ। ਮੈਨੂੰ ਲੱਗਦਾ ਉਹਨੂੰ ਕਬੂਲਣਾ ਚਾਹੀਦਾ, ਉਹ ਕਬੂਲਦਾ ਹੈ, ਅਧਿਆਪਕ ਕਬੂਲੇਗਾ, ਇਸ ਚੀਜ਼ ਨੂੰ ਕਬੂਲਣਾ ਪਏਗਾ। ਜੇ ਨਹੀਂ ਕਬੂਲੇਗਾ, ਸਿਸਟਮ ਇੱਕ ਅਜਿਹੀ ਚੀਜ਼ ਹੈ ਉਸਨੂੰ ਬਾਹਰ ਕੱਢ ਦੇਗਾ, ਕਿਉਂਕਿ ਇੱਕ ਸਿਸਟਮ ਦੇ ਵਿੱਚ ਆਉਣ ਦੇ ਲਈ ਉਹਨੂੰ ਉਹਦੇ ਵਿੱਚ ਪ੍ਰਜ਼ਰਵ ਕਰਨ, ਕਿਉਂਕਿ ਪ੍ਰਜ਼ਰਵਨੈਸ ਇਜ਼ ਵੈਰੀ ਇੰਪੋਰਟੈਂਟ ਟੂਲ ਆਫ ਨਿਊ ਐਜੂਕੇਸ਼ਨ ਪਾਲਿਸੀ। ਪ੍ਰਜ਼ਰਵ ਕਰਨਾ, ਜਦੋਂ ਤੱਕ ਉਹਦੇ ਵਿੱਚ ਤੁਸੀਂ ਪ੍ਰਜ਼ਰਵ ਨਹੀਂ ਕਰੋਗੇ ਤਾਂ ਤੁਹਾਨੂੰ ਉਹ ਆਟੋਮੈਟਿਕਲੀ ਉਹ ਜਿਹੜਾ ਐਜੂਕੇਸ਼ਨ ਸਿਸਟਮ ਡਿਵੈਲਪ ਹੀ ਇੱਦਾਂ ਦਾ ਹੋ ਜਾਣਾ ਕਿ ਤੁਸੀਂ ਆਟੋਮੈਟਿਕਲੀ ਉਹ ਤੁਹਾਨੂੰ ਬਾਹਰ ਕੱਢ ਦੇਗਾ, ਆਊਟ ਕਰ ਦੇਗਾ। ਉਹਦੇ ਲਈ ਤੁਹਾਨੂੰ ਉਹ ਚੈਲੰਜਸ ਨੂੰ ਐਕਸੈਪਟ ਕਰਨਾ ਪਏਗਾ, ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪਏਗਾ। ਤੁਹਾਨੂੰ IT ਯੂਜ਼ ਕਰਨੀ ਪਏਗੀ, ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਗੱਲ ਕਰਨੀ ਪਏਗੀ, ਤੁਹਾਨੂੰ ਨਵੀਆਂ ਗੱਲਾਂ ਤੇ ਜਿਹੜੀ ਹੈਗੀ ਹੈ ਰਿਸਰਚ ਤੇ ਖੋਜ ਤੇ ਗੱਲ ਕਰਨੀ ਪਏਗੀ। ਦੂਸਰੀ ਗੱਲ ਇਹਦੇ ਵਿੱਚ ਦੇਖੋ, ਬੜੀ ਕਮਾਲ ਦੀ ਗੱਲ ਹੈ ਪ੍ਰੋਫੈਸਰ ਦਰਲਾਜ, ਸਾਰੇ ਦਾ ਸਾਰਾ ਕੁਝ ਨਵਾਂ ਨਹੀਂ ਹੈ, ਸਾਰੇ ਦਾ ਸਾਰਾ ਹੀ ਆਪਾਂ ਕਹੀਏ ਕਿ ਨਵਾਂ ਨਹੀਂ। ਦੇयर ਆਰ some important things of Indian history and culture, value based education ਦੇ ਉੱਪਰ ਬਹੁਤ ਜ਼ੋਰ ਦਿੱਤਾ ਗਿਆ। ਵੈਲਿਊਜ਼ ਜਿਹੜੀਆਂ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਵੈਲਿਊਜ਼ ਕਿਵੇਂ ਇਨਕਲਕੇਟ ਕਰ ਸਕੀਏ ਵਿਦਿਆਰਥੀਆਂ ਦੇ ਵਿੱਚ। ਨਵੀਂ ਚੀਜ਼ ਜਿਹੜੀ ਆ ਰਹੀ ਹੈ ਸਾਇੰਟੀਫਿਕ ਟੈਂਪਰ, ਜਿਵੇਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਆਰਟੀਕਲ 51A ਜਿਹੜਾ ਹੈ ਫੰਡਾਮੈਂਟਲ ਡਿਊਟੀਜ਼, ਜਿਹੜਾ ਉਸ ਦੇ ਵਿੱਚ ਸਾਨੂੰ ਡਿਊਟੀਜ਼ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਉਹਦੇ ਵਿੱਚ ਕੀ ਅਪਰੋਚ ਅਪਣਾਈ ਗਈ ਹੈ ਕਿ ਐਵਰੀ ਸਿਟੀਜ਼ਨ ਆਫ ਇੰਡੀਆ ਜਿਹੜਾ ਹੈਗਾ ਸ਼ੁੱਡ ਅਡਾਪਟ ਸਾਇੰਟੀਫਿਕ ਟੈਂਪਰ। ਸਾਇੰਟੀਫਿਕ ਟੈਂਪਰ, ਸਾਨੂੰ ਸਾਇੰਟੀਫਿਕ ਟੈਂਪਰ ਅਡਾਪਟ ਕਰਨਾ ਚਾਹੀਦਾ, ਔਰ ਉਸ ਤਰ੍ਹਾਂ ਦੇ ਨਾਲ ਸਾਨੂੰ ਜਿਹੜਾ ਸਾਰੇ ਦਾ ਸਾਰਾ ਇਹ ਸੈਟਅਪ ਲੈਣਾ ਚਾਹੀਦਾ ਹੈ। ਬਾਕੀ ਇਹਦਾ ਮਾਡਲ ਕੀ ਹੈ, ਦੇਖੋ ਜੇ ਦੋ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਮਾਡਲ ਹੈ, ਕਿਉਂਕਿ ਇਹ ਅੱਜ ਆਪਣਾ ਇਹ ਵਿਸ਼ਾ ਨਹੀਂ ਹੈ ਮੈਨੂੰ ਲੱਗਦੀ ਹੈ ਟਾਕ ਦਾ, ਕਿਉਂਕਿ ਆਪਾਂ ਬੇਸਿਕਲੀ ਚੈਲੰਜਸ ਤੇ ਅਪਰਚੁਨਿਟੀਜ਼ ਤੇ ਗੱਲ ਕਰ ਰਹੇ ਹਾਂ। ਉਹ ਮਾਡਲ ਕਿੱਦਾਂ ਦਾ ਹੈ, ਉਹ ਹਾਇਰ ਐਜੂਕੇਸ਼ਨ ਤੱਕ ਦਾ ਮਾਡਲ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੈ, ਉਹਨੂੰ ਅਸੈਸੀਬਲ ਬਣਾਉਣ ਦੇ ਲਈ ਕਿਸ ਤਰ੍ਹਾਂ ਦਾ ਹਾਇਰ ਸੈਕੰਡਰੀ ਤੱਕ, ਤੇ ਉਸ ਤੋਂ ਬਾਅਦ ਫਿਰ ਹਾਇਰ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਾਂਚ ਹੋਣਾ ਹੈ। ਗ੍ਰੈਜੂਏਸ਼ਨ 3 ਸਾਲ ਦੀ ਹੋ ਜਾਣੀ ਹੈ, 4 ਸਾਲ ਦੀ ਹੋ ਜਾਣੀ ਹੈ, ਰਿਸਰਚ ਬੇਸਡ ਹੋ ਜਾਣੀ ਹੈ, ਕਿਸ ਤਰ੍ਹਾਂ ਦਾ ਹੋ ਜਾਣਾ। ਦਿਸ ਇਜ਼ ਅਨਦਰ ਐਸਪੈਕਟ ਆਫ ਇੰਪਲੀਮੈਂਟੇਸ਼ਨ। ਬਟ ਦ ਥਿੰਗ ਇਜ਼ ਦੈਟ ਕਿ ਮੇਨ ਉਹਦਾ ਮਨਸ਼ਾ ਪੜ੍ਹਨਾ, ਮੇਨ ਮਕਸਦ ਪੜ੍ਹਨਾ ਉਹ ਚੰਗਾ, ਉਹ ਚੰਗਾ, ਉਹਦਾ ਉਦੇਸ਼ ਚੰਗਾ। ਉਹ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਚੈਲੰਜਸ ਆਉਣਗੇ, ਉਹ ਚੈਲੰਜਸ ਐਕਸੈਪਟ ਕਰਨੇ ਪੈਣਗੇ। ਡਿਫਰੈਂਟ ਟਾਈਪ ਦੇ, ਦੇਖੋ ਸਾਨੂੰ ਕਿੰਨਾ ਕੁਝ ਮਿਲ ਰਿਹਾ ਨਵਾਂ। ਜਦ ਸਮਾਂ ਬੀਤਣ ਦੇ ਨਾਲ ਕੋਈ ਚੀਜ਼ ਨਵੀਂ ਆਉਂਦੀ ਹੈ। ਹੁਣ ਤੱਕ ਇੱਕ ਯੂਨੀਵਰਸਿਟੀ ਜਿਹੜੀ ਹੈ ਰਿਸਰਚ ਵੀ ਕਰਾਈ ਜਾ ਰਹੀ ਹੈ, ਐਫੀਲੀਏਟ ਵੀ ਕਰੀ ਜਾ ਰਹੀ ਹੈ ਕਾਲਜਾਂ ਨੂੰ, ਤੇ ਐਜੂਕੇਸ਼ਨ ਵੀ ਦੀ ਜਾ ਰਹੀ ਹੈ। ਨਾਓ NEP ਕੀ ਕਹਿ ਰਹੀ ਹੈ? NEP ਕਹਿ ਰਹੀ ਹੈ ਰਿਸਰਚ ਯੂਨੀਵਰਸਿਟੀਜ਼ ਅਲੱਗ ਕਰ ਦਿਓ, ਐਕੈਡੈਮਿਕਸ ਅਲੱਗ ਕਰ ਦਿਓ ਭਾਈ, ਤੁਸੀਂ ਆਟੋਨੋਮਸ ਕਾਲਜਿਸ ਐਕੈਡੈਮਿਕਸ ਜਿਹੜੇ ਡਿਗਰੀ ਵਾਰਡਡ ਕਾਲਜ ਨੇ ਉਹਨੂੰ ਅਲੱਗ ਕਰ ਦਿਓ।
ਮਤਲਬ ਕੀ ਹੈ, ਕਿਤੇ ਨਾ ਕਿਤੇ ਗੱਲ ਨੂੰ ਸਟ੍ਰੀਮਲਾਈਨ ਕਰਕੇ ਕੁਆਲਿਟੀ ਵੱਲ ਜਾਣ ਦੀ ਗੱਲ ਹੋ ਰਹੀ ਹੈ। ਅਫੋਰਡੇਬਲ ਮਤਲਬ ਜਿਹੜਾ ਹੈਗਾ ਕੁਆਲਿਟੀ ਐਜੂਕੇਸ਼ਨ ਦੇਣ ਦੇ ਉੱਤੇ ਇੱਕ ਵਿਜ਼ਨ, ਦੈਟ ਇਜ਼ ਦਾ ਵਿਜ਼ਨ ਆਫ ਦੀ NEP 2020। ਤਾਂ ਉਸ ਨੂੰ ਉਸ ਹਿਸਾਬ ਦੇ ਨਾਲ ਸਾਨੂੰ ਦੇਖ ਕੇ ਉਸ ਚੈਲੰਜ ਨੂੰ ਐਕਸੈਪਟ ਕਰ ਲੈਣਾ ਚਾਹੀਦਾ। ਇਹ ਗੱਲ ਜਿਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਵੀ ਆਪਾਂ ਜਦੋਂ ਇਨਫੋਰਮਲੀ ਗੱਲਬਾਤ ਕਰ ਰਹੇ ਸੀਗੇ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਕਿ ਇਹ ਬੜਾ ਵੱਡਾ ਡਰਾਫਟ ਡਾਕੂਮੈਂਟ ਹੈ। ਇਸ ਦੇ ਉੱਤੇ ਕੋਈ 15-20 ਮਿੰਟ ਦੇ ਵਿੱਚ ਗੱਲ ਕਰਨੀ ਮੈਨੂੰ ਲੱਗਦਾ ਸੰਭਵ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਇਹਦੇ ਉੱਤੇ ਹੋ ਸਕਦੀਆਂ ਨੇ, ਕਰਿਕੂਲਮ ਤੇ ਬਹੁਤ ਕੁਝ ਹੋ ਸਕਦਾ, ਕਿਸ ਤਰ੍ਹਾਂ ਦਾ ਕਰਿਕੂਲਮ ਡਿਜ਼ਾਈਨ ਹੋਏਗਾ। ਬਟ ਬੇਸਿਕ ਥਿੰਗ ਇਜ਼ ਦੈਟ ਕਿ ਚੈਲੰਜਸ ਜਿਹੜੇ ਹੈਗੇ ਆ ਉਹਨਾਂ ਨੂੰ ਅਧਿਆਪਕਾਂ ਨੇ ਹੀ ਦੇਖਣਾ, ਕਬੂਲਣਾ ਅਧਿਆਪਕਾਂ ਨੇ ਹੈ, ਉਹਨਾਂ ਨੇ ਹੀ ਉਸ ਲੀਡਰਸ਼ਿਪ ਨੇ ਕਬੂਲਣਾ ਹੈ, ਉਹ ਸਰਕਾਰ ਨੇ ਦੇਖਣਾ ਹੈ ਕਿ ਕਿਸ ਤਰ੍ਹਾਂ ਅਸੀਂ ਉਸ ਨੂੰ ਕਰਨਾ ਹੈ। ਉਹ ਸਾਰੇ ਕਬੂਲਣੇ ਪੈਣੇ ਆ। ਉਸ ਤੋਂ ਬਾਅਦ ਉਹਦੇ ਵਿੱਚੋਂ ਜਿਹੜੇ ਨਿਕਲਣ ਵਾਲੇ ਮੌਕੇ ਨੇ, ਉਹ ਮੌਕੇ ਵੀ ਜਿਹੜੇ ਨੇ ਉਹ ਤਰਾਸ਼ ਕੇ ਉਹਨਾਂ ਦਾ ਫਾਇਦਾ ਵੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਹੀ ਲੈਣਾ ਹੈ। ਇੰਟਰਨੈਸ਼ਨਲਾਈਜ਼ ਜਿਹੜਾ ਹੋ ਜਾਣਾ, ਜਦੋਂ ਐਜੂਕੇਸ਼ਨ ਨੇ ਇੰਟਰਨੈਸ਼ਨਲ ਰਿਕਗਨਾਈਜ਼ ਹੋ ਜਾਣਾ ਐਜੂਕੇਸ਼ਨ ਨੇ, ਤਾਂ ਉਹਦੀ ਜਿਹੜੀ ਸਪਰੈਡਨੈਸ ਜਿਹੜੀ ਹੈਗੀ ਆਲ ਓਵਰ ਵਰਲਡ ਦੇ ਵਿੱਚ ਜਦੋਂ ਅਸੀਂ ਰਿਕਗਨਾਈਜ਼ ਹੋ ਗਈ ਸਾਡੀ ਡਿਗਰੀ, ਤਾਂ ਸਾਡਾ ਐਜੂਕੇਸ਼ਨ ਸੈਟਅਪ ਕਿਤੇ ਨਾ ਕਿਤੇ ਸਟੈਂਡਰਡਾਈਜ਼ ਹੋ ਜਾਏਗਾ, ਜਿਹੜਾ ਕਿ ਅੱਜ ਤੱਕ ਸਵਾਲੀਆ ਨਿਸ਼ਾਨ ਦੇ ਘੇਰੇ ਦੇ ਵਿੱਚ ਖੜਾ ਹੈ। ਸਰ ਤੁਹਾਡਾ ਧੰਨਵਾਦ। ਤੁਸੀਂ ਬਹੁਤ ਹੀ ਸੌਖੇ ਤੇ ਸਪਸ਼ਟ ਤਰੀਕੇ ਨਾਲ ਸਾਨੂੰ ਜਿਹੜਾ ਹੈ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਦੱਸਿਆ, ਤੇ ਸਟੂਡੀਓ ਆਉਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਦਰਸ਼ਕੋ, ਸਰ ਨੇ ਸਾਨੂੰ ਬਹੁਤ ਹੀ ਸੌਖੇ ਤੇ ਸਪਸ਼ਟ ਤਰੀਕੇ ਨਾਲ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਦੱਸਿਆ। ਨਿਊ ਐਜੂਕੇਸ਼ਨ ਪਾਲਿਸੀ ਜਿਹਨੂੰ ਬਹੁਤ ਜ਼ਿਆਦਾ ਕੰਪਲੈਕਸ ਜਿਹੜਾ ਉਹ ਸਮਝਿਆ ਜਾਂਦਾ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਕੀ ਹੈ, ਇਹਦਾ ਏਜੰਡਾ ਕੀ ਆ, ਉਹ ਸਰ ਨੇ ਬਹੁਤ ਸੋਹਣਾ ਸਾਨੂੰ ਜਿਹੜਾ ਐਕਸਪਲੇਨ ਕੀਤਾ ਹੈ। ਤੇ ਸਾਨੂੰ ਸਾਰਿਆਂ ਨੂੰ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਪੜ੍ਹਨਾ ਚਾਹੀਦਾ ਹੈ, ਸਾਰੇ ਇਸ ਬਾਰੇ ਜਾਣਨ, ਕਿਉਂਕਿ ਸਿੱਖਿਆ ਜਿਹੜਾ ਇਹ ਸਾਡਾ ਐਜੂਕੇਸ਼ਨ ਜਿਹੜੇ ਸਾਡੇ ਸਮਾਜ ਦਾ ਸਭ ਤੋਂ ਜ਼ਰੂਰੀ ਜਿਹੜਾ ਅੰਗ ਹੈ। ਕੋਈ ਵੀ ਸਮਾਜ ਜਿਹੜਾ ਤਾਂ ਬਿਹਤਰ ਬਣ ਸਕਦਾ ਅਗਰ ਉਹਨਾਂ ਦੀ ਸਿੱਖਿਆ ਬਿਹਤਰ ਹੋਏਗੀ। ਤੇ ਆਪਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮਾਤਾ ਗੁਜਰੀ ਕਾਲਜ ਦੇ YouTube ਦੇ ਨਾਲ ਜੁੜੇ ਰਹੋ ਤੇ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਦੇਖਦੇ ਰਹੋ। ਧੰਨਵਾਦ।